ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕਿਊਬੈਕ ਦੇ ਮੇਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੀ ਚਿੱਠੀ, ਦੱਸਾਂਗੇ ਟਰੂਡੋ ਤੋਂ ਕਿਹੜੀ ਗੱਲ ਲਈ ਮੰਗਿਆ ਸਹਿਯੋਗ। ਨਾਰਥ ਵੈਸਟ ਟੈਰੀਟਰੀਜ਼ ਦੇ ਕੁਝ ਖੇਤਰਾਂ ਵਿੱਚ ਹੜ੍ਹ ਕਾਰਨ ਹਾਲਾਤ ਖਰਾਬ, ਫੌਜ ਤੋਂ ਮੰਗੀ ਗਈ ਮਦਦ ਨੂੰ ਮਿਲੀ ਮਨਜ਼ੂਰੀ। ਲੈਂਗਲੀ ਵਿੱਚ ਸਿਹਤਮੰਦ 43 ਸਾਲਾ ਵਿਅਕਤੀ ਦੀ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਉਣ ਤੋਂ ਬਾਅਦ ਹਾਲਤ ਹੋਈ ਖਰਾਬ, 2 ਮੀਟਰ ਤੱਕ ਛੋਟੀ ਅੰਤੜੀ ਕੱਟਣੀ ਪਈ। ਦੱਸਾਂਗੇ ਕੈਨੇਡਾ ਵਿੱਚ ਕੋਵਿਡ-19 ਕਰਕੇ ਕੀ ਨੇ ਤਾਜ਼ਾ ਹਾਲਾਤ ਤੇ ਕੀ ਨੇ ਤਾਜ਼ਾ ਅੰਕੜੇ। ਓਨਟਾਰੀਓ ਦੇ ਲੰਡਨ ਵਿੱਚ ਚਾਕੂ ਮਾਰਨ ਦੇ ਮਾਮਲੇ ਆਏ ਸਾਹਮਣੇ, 2 ਥਾਵਾਂ ਦੇ ਉੱਤੇ ਚਾਕੂ ਦੇ ਨਾਲ ਹਮਲਾ। ਵੈਨਕੂਵਰ ਵਿੱਚ ਕਾਲੇ ਭਾਈਚਾਰੇ ਤੋਂ ਸਾਬਕਾ ਜੱਜ ਨੂੰ ਪੁਲਿਸ ਵਾਲਿਆਂ ਨੇ ਲਗਾਈਆਂ ਹੱਥਕੜੀਆਂ ਤੇ ਫਿਰ ਮੰਗੀ ਮੁਆਫੀ। ਦੱਸਾਂਗੇ ਕੀ ਇਹ ਪੂਰਾ ਮਾਮਲਾ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਚਿੱਠੀ ਦੇ ਬਾਰੇ ਜੋ ਕਿਊਬੈਕ ਦੇ ਪ੍ਰੀਮੀਅਰ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭੇਜੀ ਗਈ ਹੈ। ਤੁਹਾਨੂੰ ਦੱਸਾਂਗੇ ਕਿ ਆਖਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਕਿਊਬੈਕ ਦੇ ਪ੍ਰੀਮੀਅਰ ਨੇ ਕਿਸ ਗੱਲ ਦੇ ਵਾਸਤੇ ਸਹਿਯੋਗ ਮੰਗਿਆ। ਕਿਊਬੈਕ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਭੇਜੀ ਹੈ, ਜਿਸ ਦੇ ਬਾਰੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਫ੍ਰੈਂਚ ਭਾਸ਼ਾ ਨੂੰ ਲੈ ਕੇ ਕਿਊਬੈਕ ਦੇ ਵਿੱਚ ਜੋ ਕਾਨੂੰਨ ਬਣਾਏ ਜਾਣ ਦੀ ਗੱਲ ਹੋ ਰਹੀ ਹੈ, ਉਸ ਦੇ ਵਿੱਚ ਪ੍ਰਧਾਨ ਮੰਤਰੀ ਦਾ ਸਹਿਯੋਗ ਮੰਗਿਆ ਗਿਆ, ਜਿਸ ਦੇ ਵਾਸਤੇ ਕਿਊਬੈਕ ਦੇ ਪ੍ਰੀਮੀਅਰ ਨੇ ਕਿਹਾ ਕਿ ਕਿਊਬੈਕ ਦੇ ਪ੍ਰੀਮੀਅਰ ਹੋਣ ਦੇ ਵਜੋਂ ਉਹਨਾਂ ਦਾ ਪਹਿਲਾ ਫਰਜ਼ ਇਹ ਹੈ ਕਿ ਉੱਥੋਂ ਦੀ ਭਾਸ਼ਾ ਨੂੰ ਬਚਾਇਆ ਜਾਵੇ। ਦਰਅਸਲ ਕਿਊਬੈਕ ਵਿੱਚ ਵੀਰਵਾਰ ਦੇ ਦਿਨ ਬਿੱਲ 96 ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਕਈ ਲੋਕਾਂ ਦਾ ਮੰਨਣਾ ਹੈ ਕਿ ਉਸ ਦੇ ਨਾਲ ਕਾਫੀ ਜ਼ਿਆਦਾ ਅਸਰ ਪਵੇਗਾ ਕਈ ਵਪਾਰਾਂ ਦੇ ਉੱਤੇ, ਅਦਾਲਤਾਂ ਦੇ ਉੱਤੇ, ਪੜ੍ਹਾਈ ਦੇ ਉੱਤੇ ਤੇ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ, ਕਿਉਂਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਫ੍ਰੈਂਚ ਸਿਰਫ ਇੱਕੋ ਇੱਕ ਕਿਊਬੈਕ ਦੇ ਵਿੱਚ ਭਾਸ਼ਾ ਰਹਿ ਜਾਵੇਗੀ, ਜੋ ਕਿ ਹਰ ਤਰ੍ਹਾਂ ਦੀ ਯੋਗਤਾ ਦੇ ਵਾਸਤੇ ਵੱਖੋ ਵੱਖਰੀਆਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਲੋੜੀਂਦੀ ਹੋਵੇਗੀ। ਇਸ ਦੇ ਨਾਲ ਹੀ ਇੱਥੇ ਇਹ ਵੀ ਸਵਾਲ ਉੱਠਣਗੇ ਕਿ ਕਈ ਵਪਾਰ ਉਹਨਾਂ ਨੂੰ ਇੱਥੇ ਜਾਣਕਾਰੀ ਦੇਣੀ ਪਵੇਗੀ ਕਿ ਆਖਿਰ ਉਹਨਾਂ ਨੂੰ ਅਜਿਹੇ ਕੰਮੇ ਕਿਉਂ ਚਾਹੀਦੇ ਨੇ ਜਿਹੜੇ ਕਿ ਅੰਗਰੇਜ਼ੀ ਵੀ ਬੋਲਣ ਜਾਂ ਫਿਰ ਕੋਈ ਹੋਰ ਭਾਸ਼ਾ ਬੋਲਣ। ਇਸ ਦੇ ਨਾਲ ਹੀ ਕਾਫੀ ਵਿਦਿਆਰਥੀਆਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਪਵੇਗਾ, ਜੋ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਤੇ ਸੂਬੇ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਇੱਕ ਸੋਧ ਕੀਤੀ ਜਾਵੇ, ਜਿਸ ਦੇ ਵਿੱਚ ਇਹ ਕਲੌਜ਼ ਜੋੜਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਿਊਬੈਕ ਇੱਕ ਵੱਖਰਾ ਨੇਸ਼ਨ ਹੈ ਤੇ ਇਸ ਨੂੰ ਅਧਿਕਾਰਤ ਕੀਤਾ ਜਾਵੇ ਤੇ ਜਿੱਥੇ ਦੱਸਿਆ ਜਾਵੇ ਕਿ ਉੱਥੇ ਇੱਕੋ ਭਾਸ਼ਾ ਹੈ ਜੋ ਕਿ ਫ੍ਰੈਂਚ ਹੈ। ਇਸ ਮੌਕੇ ਜਦੋਂ ਇਹ ਚਿੱਠੀ ਭੇਜੀ ਗਈ ਹੈ ਤਾਂ ਉਸ ਦੇ ਵਿੱਚ ਕਿਊਬੈਕ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਹ ਇਹ ਜਾਣਕਾਰੀ ਦੇਣ ਦੇ ਵਾਸਤੇ ਚਿੱਠੀ ਲਿਖ ਰਹੇ ਨੇ ਕਿ ਉਹਨਾਂ ਦੀ ਸਰਕਾਰ ਤਿਆਰ ਹੈ ਪੂਰੀ ਤਰ੍ਹਾਂ ਇੱਕ ਖਾਸ ਕਦਮ ਚੁੱਕਣ ਦੇ ਵਾਸਤੇ, ਤਾਂ ਕਿ ਕਿਊਬੈਕ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਭਵਿੱਖ ਨੂੰ ਬਚਾਇਆ ਜਾ ਸਕੇ, ਜਿਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਮਰਥਨ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ। ਸਿਰਫ ਇਹੀ ਨਹੀਂ, ਚਿੱਠੀ ਦੇ ਅੰਤ ਵਿੱਚ ਪ੍ਰੀਮੀਅਰ ਨੇ ਇੱਥੋਂ ਤੱਕ ਲਿਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜੇਕਰ ਇਸ ਬਿੱਲ ਦੇ ਨਾਲ ਸੰਬੰਧਿਤ ਉਹਨਾਂ ਦੇ ਕੋਲ ਕੋਈ ਵੀ ਸਵਾਲ ਹੋਵੇ। ਅੱਗੇ ਜਿਵੇਂ ਕਿ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਜਿੱਥੇ ਕਿ ਹੜ੍ਹ ਦੇ ਕਰਕੇ ਨੁਕਸਾਨ ਵੀ ਕਾਫੀ ਜ਼ਿਆਦਾ ਹੋਇਆ। ਕਈ ਲੋਕਾਂ ਨੂੰ ਘਰ ਛੱਡਣ ਦੇ ਵਾਸਤੇ ਕਿਹਾ ਗਿਆ, ਤਾਂ ਇਸ ਮੌਕੇ ਫੌਜ ਦੇ ਵੱਲੋਂ ਵੀ ਮਦਦ ਦੀ ਮੰਗ ਕੀਤੀ ਗਈ। ਤੇ ਹਰਜੀਤ ਸਿੰਘ ਸੱਜਣ ਨੇ ਇਸ ਬਾਰੇ ਅੱਜ ਕੀ ਜਾਣਕਾਰੀ ਦਿੱਤੀ ਹੈ ਤੇ ਉੱਥੇ ਦੇ ਕੀ ਹਾਲਾਤ ਨੇ ਇਸ ਸਮੇਂ, ਤੁਹਾਨੂੰ ਇਸ ਬਾਰੇ ਦੱਸਾਂਗੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੜ੍ਹ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ, ਜਿੱਥੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏ ਨੇ। ਇਸ ਮੌਕੇ ਫੋਰਟ ਸਿੰਪਸਨ ਤੋਂ ਮੇਅਰ ਦੇ ਵੱਲੋਂ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਸੀ ਕਿ ਫੌਜੀਆਂ ਦੀ ਉਹਨਾਂ ਨੂੰ ਲੋੜ ਹੈ ਮਦਦ ਦੇ ਵਾਸਤੇ ਹੜ੍ਹ ਵਾਲੀਆਂ ਥਾਵਾਂ ਦੇ ਉੱਤੇ, ਜਿਸ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸੱਜਣ ਤੇ ਨਾਲ ਹੀ ਮਿਨਿਸਟਰ ਬਿਲ ਬਲੇਅਰ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚੋਂ ਜੋ ਇਹ ਮੰਗ ਕੀਤੀ ਗਈ ਸੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਕੈਨੇਡੀਅਨ ਫੌਜ ਤੋਂ ਮੈਂਬਰ ਨੇ ਜੋ ਉੱਥੇ ਪੀੜਤਾਂ ਦੀ ਮਦਦ ਕਰਨ ਦੇ ਵਾਸਤੇ ਪਹੁੰਚ ਰਹੇ ਨੇ, ਜਿਸ ਦੇ ਬਾਰੇ ਰੱਖਿਆ ਮੰਤਰੀ ਤੇ ਪਬਲਿਕ ਸੇਫਟੀ ਮੰਤਰੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਭ ਨੂੰ ਵੀ ਜਾਣਕਾਰੀ ਦਿੱਤੀ ਗਈ। ਪਿਛਲੇ ਹਫ਼ਤੇ ਤੋਂ ਕਈ ਥਾਵਾਂ ਦੇ ਉੱਤੇ ਹੜ੍ਹ ਦੇ ਕਾਰਨ ਕਾਫੀ ਨੁਕਸਾਨ ਹੋਇਆ। ਫੋਰਟ ਸਿੰਪਸਨ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਗਿਆ ਤੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਇਸ ਦੇ ਨਾਲ ਹੀ ਈਨ ਮੈਰੀ ਰਿਵਰ ਜੋ ਇੱਕ ਭਾਈਚਾਰਾ ਹੈ ਜਿੱਥੇ ਕਿ 70 ਦੇ ਨੇੜੇ ਲੋਕ ਰਹਿੰਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਪਾਣੀ ਭਰ ਗਿਆ। ਸਕੂਲ ਤੇ ਕਈ ਇਮਾਰਤਾਂ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਨੇ, ਜਿਸ ਤੋਂ ਬਾਅਦ ਭਾਈਚਾਰਿਆਂ ਦੀ ਅਧਿਕਾਰੀਆਂ ਦੇ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ ਤੇ ਇਸ ਐਮਰਜੈਂਸੀ ਦੇ ਦੌਰਾਨ ਜਿਹੜੀ ਵੀ ਉਹਨਾਂ ਨੂੰ ਲੋੜ ਹੈ ਉਸ ਲੋੜ ਨੂੰ ਪੂਰਾ ਕਰਨ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਅਗਲੀ ਖਬਰ ਹੈ ਕਿ ਐਸਟਰਾਜ਼ੈਨੇਕਾ ਦੇ ਟੀਕੇ ਤੋਂ ਬਾਅਦ ਬਲੱਡ ਕਲੌਟ ਬਣਨ ਦੇ ਕਰਕੇ ਹੋਏ ਨੁਕਸਾਨ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਲੈਂਗਲੀ ਤੋਂ 43 ਸਾਲਾ ਵਿਅਕਤੀ ਜੋ ਕਿ ਪੂਰੀ ਤਰ੍ਹਾਂ ਸਿਹਤਮੰਦ ਸੀ, ਪਰ ਉਸਨੇ ਜਦੋਂ ਐਸਟਰਾਜ਼ੈਨੇਕਾ ਦਾ ਟੀਕਾ ਲਗਵਾ ਲਿਆ ਤਾਂ ਉਸ ਤੋਂ ਕੁਝ ਦਿਨ ਬਾਅਦ ਉਹ ਕਾਫੀ ਬਿਮਾਰ ਹੋ ਗਿਆ, ਜਿਸ ਤੋਂ ਬਾਅਦ ਐਮਰਜੈਂਸੀ ਸਰਜਰੀ ਕਰਨੀ ਪਈ ਤੇ 2 ਮੀਟਰ ਤੱਕ ਉਸ ਦੀ ਛੋਟੀ ਅੰਤੜੀ ਨੂੰ ਕੱਟਣਾ ਪਿਆ। ਬ੍ਰਿਟਿਸ਼ ਕੋਲੰਬੀਆ ਤੋਂ ਹੁਣ ਤੱਕ 2 ਅਜਿਹੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ
ਬਲੱਡ ਕਲੌਟ ਬਣੇ, ਉਸ ਦੇ ਵਿੱਚ ਇੱਕ ਅਜਿਹਾ ਮਾਮਲਾ ਹੈ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਲੈਂਗਲੀ ਤੋਂ ਇੱਕ 43 ਸਾਲਾ ਵਿਅਕਤੀ ਜੋ ਕਿ ਛੋਟੇ ਬੱਚਿਆਂ ਦਾ ਪਿਤਾ ਹੈ ਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਸੀ, ਪਰ ਉਸਨੇ ਜਦੋਂ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਇਆ ਤਾਂ ਉਸ ਤੋਂ ਬਾਅਦ ਉਸਦੀ ਤਬੀਅਤ ਇੰਨੀ ਜ਼ਿਆਦਾ ਵਿਗੜ ਗਈ ਕਿ ਉਸ ਨੂੰ ਉਸ ਤੋਂ ਠੀਕ ਹੋਣ ਦੇ ਵਾਸਤੇ ਹੁਣ ਕਾਫੀ ਜ਼ਿਆਦਾ ਲੰਮਾ ਚਿਰ ਲੱਗੇਗਾ, ਜਿਸ ਦੇ ਬਾਰੇ ਉਸਦੇ ਪਰਿਵਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੌਕੇ 43 ਸਾਲਾ ਵਿਅਕਤੀ ਜਿਸ ਦੀ ਪਛਾਣ ਉਸਦੇ ਪਰਿਵਾਰ ਦੇ ਵੱਲੋਂ ਸ਼ੌਨ ਮਲਡੂਨ ਦੇ ਵਜੋਂ ਦੱਸੀ ਗਈ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 22 ਅਪ੍ਰੈਲ ਨੂੰ ਉਸਤੇ ਟੀਕਾ ਲੱਗਿਆ ਸੀ, ਜਿਸ ਤੋਂ ਬਾਅਦ ਉਸਦੀ ਹਾਲਤ ਕੁਝ ਦਿਨ ਬਾਅਦ ਹੀ ਵਿਗੜਨੀ ਸ਼ੁਰੂ ਹੋ ਗਈ। ਜੋ ਉਸਦੇ ਵੱਲੋਂ 811 ਦੇ ਉੱਤੇ ਸੰਪਰਕ ਕੀਤਾ ਗਿਆ ਸੀ ਤਾਂ ਉਸ ਨੂੰ ਇਸ ਮੌਕੇ ਕੁਆਰੰਟਾਈਨ ਹੋਣ ਦੇ ਵਾਸਤੇ ਵੀ ਕਿਹਾ ਗਿਆ, ਪਰ 8 ਮਈ ਤੱਕ ਉਸਦੀ ਤਬੀਅਤ ਇੰਨੀ ਵਿਗੜ ਗਈ ਕਿ ਉਹ ਐਮਰਜੈਂਸੀ ਹਸਪਤਾਲ ਦੇ ਵਿੱਚ ਪਹੁੰਚਿਆ, ਜਿੱਥੇ ਪਹੁੰਚ ਕੇ ਉਸਦੀ ਐਮਰਜੈਂਸੀ ਸਰਜਰੀ ਕਰਨੀ ਪਈ 9 ਮਈ ਨੂੰ ਹੀ, ਜਿਸ ਤੋਂ ਬਾਅਦ ਉਸਦੀ 2 ਮੀਟਰ ਤੱਕ ਛੋਟੀ ਅੰਤੜੀ ਕੱਟਣੀ ਪਈ ਹੈ। ਦਰਅਸਲ ਉਸਦੇ ਪੇਟ ਦੇ ਵਿੱਚ ਬਲੱਡ ਕਲੌਟ ਬਣ ਗਏ ਸਨ ਜੋ ਕਿ ਕਾਫੀ ਵੱਡੇ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਟੀਕਾ ਲੱਗਣ ਤੋਂ 17 ਦਿਨ ਬਾਅਦ ਹੀ ਐਮਰਜੈਂਸੀ ਸਰਜਰੀ ਦੌਰਾਨ ਉਸਦੀ ਛੋਟੀ ਅੰਤੜੀ ਕੱਟਣੀ ਪਈ ਤੇ 2 ਦਿਨ ਬਾਅਦ ਇੱਕ ਹੋਰ ਸਰਜਰੀ ਹੋਈ ਜਿਸ ਦੇ ਵਿੱਚ ਹੋਰ ਜ਼ਿਆਦਾ ਅੰਤੜੀ ਕੱਟਣੀ ਪਈ, ਜਿਸ ਦੇ ਬਾਰੇ ਡਾਕਟਰਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਭ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਕਿ ਟੀਕਾ ਨਾ ਲਗਵਾਇਆ ਜਾਵੇ, ਪਰ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਟੀਕਾ ਲਗਵਾਏ ਜਾਣ ਤੋਂ ਬਾਅਦ ਬਿਮਾਰ ਹੋਣ ਦੇ ਲੱਛਣ ਦਿਖਾਈ ਦਿੰਦੇ ਨੇ ਕਿ ਇਸ ਮੌਕੇ ਸਿਰ ਦਰਦ ਹੋਣਾ, ਬੁਖਾਰ ਹੋਣਾ, ਨੌਜ਼ੀਆ ਜਾਂ ਹੋਰ ਕਈ ਲੱਛਣ ਨੇ ਜੋ ਦਿਖਾਈ ਦਿੰਦੇ ਨੇ ਜੇਕਰ, ਤਾਂ ਤੁਰੰਤ ਐਮਰਜੈਂਸੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਉਹ ਬਲੱਡ ਕਲੌਟ ਬਣਨ ਦੇ ਲੱਛਣ ਹੋ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਭਰ ਵਿੱਚ ਹੁਣ ਤੱਕ 28 ਅਜਿਹੇ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜੋ ਕਿ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ VITT ਜੋ ਕਿ ਬਲੱਡ ਕਲੌਟ ਬਣਨ ਦੀ ਇਹ ਇੱਕ ਬਿਮਾਰੀ ਹੈ ਉਸ ਤੋਂ ਉਹ ਪੀੜਤ ਪਾਏ ਗਏ ਨੇ ਤੇ ਦੇਸ਼ ਭਰ ਵਿੱਚ ਹੁਣ ਤੱਕ 4 ਮੌਤਾਂ ਇਸ ਦੇ ਕਰਕੇ ਹੋ ਚੁੱਕੀਆਂ ਨੇ। ਇਸ ਸਮੇਂ ਕਈ ਸੂਬਿਆਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਐਸਟਰਾਜ਼ੈਨੇਕਾ ਦੇ ਟੀਕੇ ਹੁਣ ਉਹ ਅੱਗੇ ਨਹੀਂ ਲਗਾਉਣਗੇ। ਹੁਣ ਤੁਹਾਨੂੰ ਦੱਸਾਂਗੇ ਕੈਨੇਡਾ ਭਰ ਵਿੱਚ ਕੋਵਿਡ-19 ਦੇ ਇਸ ਸਮੇਂ ਕਿੰਨੇ ਐਕਟਿਵ ਕੇਸ ਨੇ ਤੇ ਕੈਨੇਡਾ ਭਰ ਵਿੱਚ ਕੋਵਿਡ-19 ਦੇ ਕਰਕੇ ਕੀ ਹਾਲਾਤ ਨੇ। ਹੁਣ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਕੋਵਿਡ-19 ਦੇ ਕੈਨੇਡਾ ਭਰ ਵਿੱਚ ਜੋ ਤਾਜ਼ਾ ਅੰਕੜੇ ਨੇ ਉਹ ਕੀ ਨੇ ਤੇ ਹੁਣ ਤੱਕ ਕਿੰਨੇ ਕੁ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਜੇਕਰ ਕੁੱਲ ਗਿਣਤੀ ਦੀ ਗੱਲ ਕਰੀਏ ਤਾਂ ਜਦੋਂ ਤੋਂ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਕੈਨੇਡਾ ਭਰ ਵਿੱਚ ਹੁਣ ਤੱਕ 13,22,280 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚੋਂ ਇਸ ਸਮੇਂ 72,622 ਐਕਟਿਵ ਮਾਮਲੇ ਨੇ, ਯਾਨੀ ਕਿ ਕੋਵਿਡ-19 ਤੋਂ ਲੋਕ ਪੋਜ਼ਿਟਿਵ ਨੇ ਹਜੇ ਵੀ, ਪਰ 12,24,585 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਇਸ ਦੇ ਨਾਲ ਹੀ ਕੈਨੇਡਾ ਭਰ ਵਿੱਚ ਹੁਣ ਤੱਕ ਕੋਵਿਡ-19 ਦੇ ਕਰਕੇ 24,904 ਮੌਤਾਂ ਹੋ ਚੁੱਕੀਆਂ ਨੇ। ਅੱਜ ਇੱਕ ਦਿਨ ਦੇ ਵਿੱਚ 3,875 ਕੋਵਿਡ-19 ਦੇ ਨਵੇਂ ਮਾਮਲੇ ਕੈਨੇਡਾ ਭਰ ਤੋਂ ਸਾਹਮਣੇ ਆਏ ਨੇ। ਓਨਟਾਰੀਓ ਦੇ ਵਿੱਚੋਂ ਅੱਜ 2584 ਨਵੇਂ ਮਾਮਲੇ ਸਾਹਮਣੇ ਆਏ ਨੇ। 3,063 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋਏ ਨੇ ਤੇ 24 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਦੇ ਵਿੱਚ ਅੱਜ ਨਵੇਂ 760 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ ਤੇ 897 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 8 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ। ਨਿਊ ਬ੍ਰੰਸਵਿਕ ਤੋਂ ਅੱਜ 7 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 2 ਮਾਮਲੇ ਟਰੈਵਲ ਨਾਲ ਜੁੜੇ ਹੋਏ ਨੇ। ਨਿਊ ਫਾਊਂਡਲੈਂਡ ਤੋਂ 5 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 13 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਨੋਵਾ ਸਕੋਸ਼ੀਆ ਤੋਂ 86 ਮਾਮਲੇ ਸਾਹਮਣੇ ਆਏ ਨੇ। ਨੁਨਾਵਤ ਤੋਂ 5 ਨਵੇਂ ਮਾਮਲੇ ਸਾਹਮਣੇ ਆਏ ਨੇ। ਮੈਨੀਟੋਬਾ ਤੋਂ 430 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 4 ਮੌਤਾਂ ਵੀ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ 14 ਮਈ ਨੂੰ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ 494 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਤੇ 2 ਮੌਤਾਂ ਦੇ ਮਾਮਲੇ ਉਸ ਦਿਨ ਸਾਹਮਣੇ ਆਏ। ਐਲਬਰਟਾ ਦੇ ਵਿੱਚੋਂ 14 ਮਈ ਨੂੰ ਜਾਣਕਾਰੀ ਦਿੱਤੀ ਗਈ 1433 ਨਵੇਂ ਮਾਮਲੇ ਸਾਹਮਣੇ ਆਏ, 5 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ। ਸਸਕੈਚਵਨ ਤੋਂ 14 ਮਈ ਨੂੰ ਜਾਣਕਾਰੀ ਜੋ ਦਿੱਤੀ ਗਈ ਉਸ ਮੁਤਾਬਕ 227 ਨਵੇਂ ਮਾਮਲੇ ਸਾਹਮਣੇ ਆਏ ਤੇ 2 ਮੌਤਾਂ ਦੇ ਮਾਮਲੇ ਵੀ ਸਾਹਮਣੇ ਆਏ ਨੇ। ਓਨਟਾਰੀਓ ਦੇ ਲੰਡਨ ਦੇ ਵਿੱਚ ਚਾਕੂ ਮਾਰਨ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਓਨਟਾਰੀਓ ਦੇ ਲੰਡਨ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ 2 ਮਾਮਲਿਆਂ ਦੀ ਜਾਂਚ ਕਰ ਰਹੇ ਨੇ, ਜਿਸ ਦੇ ਵਿੱਚ ਚਾਕੂ ਮਾਰਨ ਦੇ ਮਾਮਲੇ ਸਾਹਮਣੇ ਆਏ ਨੇ। ਸ਼ਨੀਵਾਰ ਦੀ ਸਵੇਰ ਨੂੰ 2 ਪੀੜਤਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 9 ਵਜੇ ਦੇ ਕਰੀਬ ਜਾਣਕਾਰੀ ਮਿਲੀ ਕਿ ਰਿਚਮੰਡ ਸਟਰੀਟ ਤੇ ਐਪਵਰਥ ਐਵੇਨਿਊ ਦੇ ਉੱਤੇ ਚਾਕੂ ਮਾਰੇ ਗਏ ਨੇ, ਜਿਸ ਤੋਂ ਬਾਅਦ ਉਸ ਥਾਂ ਦੇ ਚੁਫੇਰੇ ਪੁਲਿਸ ਦੇ ਵੱਲੋਂ ਟੇਪ ਵੀ ਲਗਾ ਦਿੱਤੀ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਦੂਜਾ ਚਾਕੂ ਮਾਰਨ ਦਾ ਮਾਮਲਾ 9:18 ਦੇ ਉੱਤੇ ਯੂਨੀਵਰਸਿਟੀ ਕ੍ਰੀਸੈਂਟ ਤੇ
ਪੈਟਰੀਸ਼ੀਆ ਸਟਰੀਟ ਦੇ ਉੱਤੇ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤਾਂ ਪੁਸ਼ਟੀ ਨਹੀਂ ਕੀਤੀ ਹੈ ਕਿ ਦੋਵੇਂ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਾਂ ਨਹੀਂ, ਪਰ ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਲੰਡਨ ਪੁਲਿਸ ਸਰਵਿਸ ਦੇ ਨਾਲ 5196615670 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਹੈ ਵੈਨਕੂਵਰ ਤੋਂ, ਜਿੱਥੇ ਕਿ ਵੈਨਕੂਵਰ ਦੇ ਮੇਅਰ ਦੇ ਵੱਲੋਂ ਵੀ ਇੱਕ ਮਾਮਲੇ ਦਾ ਜ਼ਿਕਰ ਕਰਦੇ ਹੋਏ ਮੁਆਫੀ ਮੰਗੀ ਗਈ ਹੈ। ਦਰਅਸਲ ਵੈਨਕੂਵਰ ਦੇ ਵਿੱਚ ਸਟੈਨਲੇ ਪਾਰਕ ਦੇ ਅੰਦਰ ਜੋ ਸੈਰ ਕਰ ਰਹੇ ਇੱਕ ਕਾਲੇ ਭਾਈਚਾਰੇ ਤੋਂ ਸਾਬਕਾ ਜੱਜ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਭੁਲੇਖੇ ਨਾਲ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸਦੇ ਹਾਂ ਆਖਿਰ ਕੀ ਹੈ ਪੂਰਾ ਮਾਮਲਾ। ਵੈਨਕੂਵਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਕਾਲੇ ਭਾਈਚਾਰੇ ਤੋਂ ਪਹਿਲਾ ਜੱਜ ਜੋ ਬਣਿਆ ਸੀ BC ਸੁਪਰੀਮ ਕੋਰਟ ਦਾ, ਉਹਨਾਂ ਨੂੰ ਗਲਤੀ ਦੇ ਨਾਲ ਵੈਨਕੂਵਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸ਼ੁੱਕਰਵਾਰ ਦਾ ਇਹ ਮਾਮਲਾ ਹੈ, ਜਦੋਂ ਉਹ ਆਮ ਦੀ ਤਰ੍ਹਾਂ ਸੀਵਾਲ ਦੇ ਉੱਤੇ ਸੈਰ ਕਰ ਰਹੇ ਸਨ। ਸਵੇਰੇ 9:45 ਦਾ ਸਮਾਂ ਸੀ। ਸੈਲਵਿਨ ਰੋਮਲੀ ਨੇ ਜਾਣਕਾਰੀ ਦਿੱਤੀ ਕਿ 2 ਪੁਲਿਸ ਵਾਲੇ ਕਾਰਾਂ ਲੈ ਕੇ ਉਹਨਾਂ ਦੇ ਕੋਲ ਆਏ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਉਹ ਉਸ ਵਿਅਕਤੀ ਵਰਗੇ ਦਿਖਾਈ ਦਿੰਦੇ ਨੇ ਜਿਸ ਦੇ ਬਾਰੇ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਨੇ ਕਿ ਉਹ ਲੋਕਾਂ ਨੂੰ ਇਸ ਸਮੇਂ ਤੰਗ ਕਰ ਰਿਹਾ ਹੈ। ਜਿਸ ਤੋਂ ਬਾਅਦ ਤੁਰੰਤ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ। ਰੋਮਲੀ ਦੀ ਉਮਰ 81 ਸਾਲ ਹੈ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਬਾਰੇ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਉਸ ਦੀ ਉਮਰ 40 ਤੋਂ 50 ਸਾਲ ਦੇ ਨੇੜੇ ਹੈ। ਜਿਸ ਤੋਂ ਬਾਅਦ ਸਾਬਕਾ ਜੱਜ ਨੇ ਇੱਥੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੀ ਥਾਂ ਕੋਈ ਗੋਰਾ ਹੁੰਦਾ ਤਾਂ ਸ਼ਾਇਦ ਪੁਲਿਸ ਅਧਿਕਾਰੀਆਂ ਦਾ ਵਤੀਰਾ ਕੁਝ ਹੋਰ ਹੋਣਾ ਸੀ। ਤਾਂ ਦੂਜੇ ਪਾਸੇ ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸੇ ਸਮੇਂ ਇੰਗਲਿਸ਼ ਬੇ ਤੋਂ ਕਾਫੀ ਸ਼ਿਕਾਇਤਾਂ ਆਈਆਂ ਸਨ ਕਿ ਸੀਵਾਲ ਦੇ ਨੇੜੇ ਇੱਕ ਵਿਅਕਤੀ ਦੇਖਿਆ ਗਿਆ ਹੈ ਜੋ ਕਿ ਕਾਲਾ ਵਿਅਕਤੀ ਹੈ, ਜੋ ਕਿ ਸੈਰ ਕਰ ਰਿਹਾ ਸੀ ਆਮ ਤੌਰ ਦੇ ਉੱਤੇ, ਤੇ ਇੱਕਦਮ ਉਹ ਲੋਕਾਂ ਦੇ ਉੱਤੇ ਥੁੱਕਣ ਲੱਗਿਆ, ਉਹਨਾਂ ਨੂੰ ਮਾਰਨ ਵੀ ਲੱਗਿਆ। ਜਿਸ ਤੋਂ ਬਾਅਦ ਉੱਥੇ ਪੁਲਿਸ ਅਧਿਕਾਰੀ ਜੋ ਮੌਜੂਦ ਸਨ ਉਹਨਾਂ ਨੂੰ ਇਹ ਜਾਪਿਆ ਕਿ ਜੋ ਸਾਬਕਾ ਜੱਜ ਉੱਥੇ ਸੈਰ ਕਰ ਰਿਹਾ ਸੀ ਉਹੀ ਉਹ ਵਿਅਕਤੀ ਹੈ ਤੇ ਉਹਨਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ। ਪਰ ਜਦੋਂ ਪੁਲਿਸ ਅਧਿਕਾਰੀਆਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਸਾਬਕਾ ਜੱਜ ਹੈ ਤਾਂ ਤੁਰੰਤ ਉਹਨਾਂ ਨੇ ਹੱਥਕੜੀਆਂ ਹਟਾ ਦਿੱਤੀਆਂ ਤੇ ਉਸ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਇਸ ਦੇ ਵਾਸਤੇ ਮੁਆਫੀ ਵੀ ਮੰਗੀ ਹੈ ਤੇ ਨਾਲ ਹੀ ਵੈਨਕੂਵਰ ਦੇ ਮੇਅਰ ਦੇ ਵੱਲੋਂ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਇਸ ਸੰਬੰਧੀ ਮਾਫੀ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਅੱਗੇ ਜ਼ਿਕਰ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਸਾਬਕਾ ਜੱਜ ਨੂੰ ਕੁਝ ਇਸ ਤਰ੍ਹਾਂ ਹੱਥਕੜੀਆਂ ਲਗਾਉਣੀਆਂ ਗਲਤ ਸਨ ਤੇ ਅਜਿਹੀਆਂ ਘਟਨਾਵਾਂ ਨੂੰ ਕਬੂਲਿਆ ਨਹੀਂ ਜਾ ਸਕਦਾ ਤੇ ਅੱਗੇ ਅਜਿਹੀਆਂ ਘਟਨਾਵਾਂ ਨਾ ਵਾਪਰਨ ਤੇ ਇਸ ਦੇ ਵਾਸਤੇ ਵੈਨਕੂਵਰ ਪੁਲਿਸ ਨੂੰ ਵੀ ਮੇਅਰ ਦੇ ਵੱਲੋਂ ਇਹ ਕਿਹਾ ਗਿਆ। ਹੁਣ ਇਸ ਨਾਲ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਸਸਕਾਤੂਨ ਤੋਂ ਜੋ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਔਰਤ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਉਸਦੇ ਆਪਣਿਆਂ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਉਹ ਔਰਤ ਉਸ ਸਮੇਂ ਗਰਭਵਤੀ ਵੀ ਸੀ। ਸਸਕਾਤੂਨ ਦੇ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਜਿਸ ਔਰਤ ਦੀ ਜਾਨ ਗਈ ਸੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਗਰਭਵਤੀ ਸੀ, ਜਿਸ ਦੇ ਦੋਸਤਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਉਸ ਔਰਤ ਦੀ ਪਛਾਣ 33 ਸਾਲਾ ਨਿਕੋਲ ਪੈਡੀ ਦੇ ਵਜੋਂ ਹੋਈ ਹੈ, ਜਿਸ ਦੀ ਕਿ ਸੋਮਵਾਰ ਨੂੰ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਜਦੋਂ 3200 ਬਲਾਕ ਤੇ 33 ਸਟਰੀਟ ਵੈਸਟ ਦੇ ਉੱਤੇ ਸਸਕਾਤੂਨ ਦੇ ਵਿੱਚ ਇੱਕ ਵਾਹਨ ਨਾਲ ਉਸ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸੋਮਵਾਰ ਦੀ ਰਾਤ ਨੂੰ 9:15 ਦੇ ਕਰੀਬ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੁਲਾਇਆ ਗਿਆ ਤਾਂ ਮੌਕੇ ਦੇ ਉੱਤੇ ਪਹੁੰਚੀ ਐਮਰਜੈਂਸੀ ਟੀਮ ਦੇ ਵੱਲੋਂ ਪੈਡੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਸਨੇ ਉੱਥੇ ਹੀ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਹਿੱਟ ਐਂਡ ਰਨ ਦਾ ਮਾਮਲਾ ਹੈ ਕਿ ਵਾਹਨ ਉਸ ਨੂੰ ਟੱਕਰ ਮਾਰ ਕੇ ਉੱਥੋਂ ਚਲਾ ਗਿਆ। ਸਰੀ ਵਿੱਚ ਕੱਲ ਰਾਤ ਇੱਕ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ, ਜਿਸ ਦੇ ਉੱਤੇ ਅੱਜ ਸਵੇਰ ਤੱਕ ਵੀ ਕਾਫੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ। ਇਸ ਮੌਕੇ ਫਾਇਰ ਫਾਈਟਰਸ ਦੇ ਵੱਲੋਂ ਤੇ ਨਾਲੇ ਅਧਿਕਾਰੀਆਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਦੱਸਾਂਗੇ। ਸਰੀ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਦੇਰ ਰਾਤ ਨੂੰ ਇਹ ਅੱਗ ਲੱਗੀ ਤੇ ਸ਼ਨੀਵਾਰ ਦੀ ਸਵੇਰ ਤੱਕ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਐਮਰਜੈਂਸੀ ਕ੍ਰਿਊ ਕੰਮ ਕਰਦੀ ਰਹੀ। ਇਸ ਮੌਕੇ ਫਲੀਟਵੁੱਡ ਖੇਤਰ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਇਮਾਰਤ ਦੇ ਵਿੱਚ 56 ਯੂਨਿਟ ਸਨ, ਯਾਨੀ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਰਹਿੰਦੇ ਸਨ। ਅੱਗ ਲੱਗਣ ਤੋਂ ਪਹਿਲਾਂ ਉਹ ਸਾਰੇ ਬਾਹਰ ਵੀ ਆ ਗਏ ਸੀ, ਪਰ ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਜਿਸ ਕਰਕੇ ਉੱਥੇ ਰਹਿ ਰਹੇ ਪਰਿਵਾਰਾਂ ਨੂੰ ਫਿਲਹਾਲ ਰਹਿਣ ਦੇ ਵਾਸਤੇ ਥਾਂ ਨਹੀਂ ਹੈ, ਜਿਸ ਦੇ ਲਈ ਉਹਨਾਂ ਨੂੰ ਐਮਰਜੈਂਸੀ ਸਰਵਿਸ ਦਿੱਤੀ ਜਾ ਰਹੀ ਹੈ। ਜਿਵੇਂ ਕਿ ਸ਼ੁੱਕਰਵਾਰ ਨੂੰ ਦੇਰ ਰਾਤ ਇਹ ਅੱਗ ਲੱਗੀ ਸੀ, ਪਰ ਸ਼ਨੀਵਾਰ ਦੀ ਸਵੇਰ ਨੂੰ 9 ਵਜੇ ਵੀ ਉਸ ਇਮਾਰਤ ਦੇ ਵਿੱਚੋਂ ਧੂਆਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਸੀ। 4 ਮੰਜ਼ਿਲਾ ਇਹ ਇਮਾਰਤ ਹੈ ਜੋ ਕਿ 84 ਐਵੇਨਿਊ ਤੇ 159 ਸਟਰੀਟ ਦੇ ਨੇੜੇ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਅੱਗ ਲੱਗਣ ਦਾ ਕਾਰਨ ਤਾਂ ਸਾਫ਼ ਨਹੀਂ ਹੋ ਸਕਿਆ, ਪਰ ਇਸ ਦੇ ਉੱਤੇ ਜਾਂਚ ਚੱਲ ਰਹੀ ਹੈ। ਇਸ ਅੱਗ ਲੱਗਣ ਦੇ ਕਰਕੇ ਕਿਸੇ ਵੀ ਵਿਅਕਤੀ ਦਾ ਨੁਕਸਾਨ ਨਹੀਂ ਹੋਇਆ। ਫਿਲਹਾਲ ਅਧਿਕਾਰੀਆਂ ਦੀ ਮਦਦ ਦੇ ਨਾਲ ਜਿਹੜੇ ਵਿਅਕਤੀ ਇਸ ਇਮਾਰਤ ਦੇ ਵਿੱਚ ਰਹਿ ਰਹੇ ਸਨ, ਉਹਨਾਂ ਦੇ ਰਹਿਣ ਦੇ ਵਾਸਤੇ ਆਰਜ਼ੀ ਤੌਰ ਦੇ ਉੱਤੇ ਇੱਕ ਵੱਖਰੀ ਥਾਂ ਉਹਨਾਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਲੇ ਦੁਆਲੇ ਰਹਿ ਰਹੇ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਐਮਰਜੈਂਸੀ ਦੇ ਦੌਰਾਨ ਮਦਦ ਦਿੱਤੀ ਗਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।